ਵਿਸ਼ਵ ਦੀ ਸਭ ਤੋਂ ਲੰਬੀ ਗੀਤਾ ਇਟਲੀ ਦੇ ਮਿਲਾਨ ਸ਼ਹਿਰ ਦੇ ਵਿੱਚ ਤਿਆਰ ਹੋ ਰਹੀ ਹੈ, ਪਰ ਉਸ ਤੋਂ ਪਹਿਲਾਂ ਹੀ ਮੋਹਨ ਬਤਸ ਜੀ ਨੇ ਇੱਕ ਬਹੁਤ ਵੱਡੀ ਗੀਤਾ ਤਿਆਰ ਕੀਤੀ ਹੈ, ਜਿਸ ਨੂੰ ਵਿਸ਼ਵ ਦੀ ਲੰਬੀ ਗੀਤਾ ਕਿਹਾ ਜਾ ਸਕਦਾ ਹੈ। 1300 ਤੋਂ ਜ਼ਿਆਦਾ ਮੀਟਰ ਲੰਬੀ ਤੇ 905 ਘੰਟਿਆਂ ਦੇ ਵਿੱਚ ਇਹ ਤਿਆਰ ਕੀਤੀ ਗਈ। ਸਭ ਤੋਂ ਵੱਡੀ ਗੱਲ ਹੈ, ਤੁਹਾਨੂੰ ਇੱਕ ਵਾਰ ਤਸਵੀਰਾਂ 'ਚ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਪੁਰਾਣੀ ਕੈਸਟਸ ਹੁੰਦੀਆਂ ਸੀਗੀਆਂ ਉਹਨਾਂ ਦੇ ਰਿਬਨ ਦੇ ਉੱਤੋਂ ਇਹ ਜਿਹੜੀ ਗੀਤਾ ਹੈ ਤਿਆਰ ਕੀਤੀ ਗਈ ਹੈ ਔਰ ਲਿਖੀ ਗਈ ਹੈ। ਤੇ ਮੋਹਨ ਬਤਸ ਜੀ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ। ਸਰ, ਬਹੁਤ ਬਹੁਤ ਸਵਾਗਤ ਹੈ ਈਟੀਵੀ ਭਾਰਤ ਤੇ ਇਹ ਪੁਰਾਣਾ ਕਨਸੈਪਟ ਹੈ, ਪੁਰਾਣੇ ਟਾਈਮ ਦੇ ਵਿੱਚ ਜਿਹੜੀਆਂ ਕੈਸਟਸ ਯੂਜ਼ ਕੀਤੀਆਂ ਜਾਂਦੀਆਂ ਸੀ ਉਹਨਾਂ ਦੇ ਰਿਬਨ ਦੇ ਉੱਤੇ ਤੁਸੀਂ ਇਹ ਗੀਤਾ ਦੇ ਸ਼ਲੋਕ ਲਿਖੇ ਨੇ। ਸਭ ਤੋਂ ਪਹਿਲਾਂ ਤੇ ਪੂਰੀ ਦੀ ਪੂਰੀ ਗੀਤਾ ਦੇ ਸ਼ਲੋਕ ਤੁਸੀਂ ਲਿਖੇ ਕਿਵੇਂ? ਕੀ ਤੁਹਾਨੂੰ ਯਾਦ ਹੈ ਮੂੰਹ ਜ਼ੁਬਾਨੀ, ਜਾਂ ਫਿਰ ਤੁਸੀਂ ਦੇਖ ਕੇ ਫਿਰ ਦੂਜੀ ਸਾਈਡ ਲਿਖਿਆ? ਇਸ ਤਰ੍ਹਾਂ ਹੈ ਮੈਡਮ, ਇਹ ਮੈਂ ਜਿਸ ਤਰ੍ਹਾਂ ਤੁਸੀਂ ਉਹਨੇ ਕਿਹਾ ਹੈ ਕਿ ਮਿਲਾਨ ਸਿਟੀ ਦੇ ਵਿੱਚ ਇੱਕ 2 ਕਰੋੜ ਰੁਪਏ ਨਾਲ ਸ਼੍ਰੀਮਦ ਭਗਵਦ ਗੀਤਾ ਸਭ ਤੋਂ ਹੈਵੀਐਸਟ ਗੀਤਾ ਲਿਖੀ ਗਈ ਹੈਗੀ ਹੈ, ਜਿਹੜੀ ਕਿ ਇਸਕੌਨ ਟੈਂਪਲ ਦਿੱਲੀ ਦੇ ਵਿੱਚ ਲੱਗੀ ਹੈ, ਜਿਨ੍ਹਾਂ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਸੀਗਾ। ਉਹ ਗੀਤਾ ਲਿਖਣ, ਉਹ ਮੈਂ ਵੀ ਨਿਊਜ਼ ਮੈਂ ਦੇਖੀ ਨੇ, ਆਈ ਹੈਵ ਨਾਟ ਸੀਨ, 9-10 ਫੁੱਟ ਉੱਚੀ ਹੈ ਉਹ ਗੀਤਾ ਦੀ ਨਿਊਜ਼ ਪੜ੍ਹਨ ਤੋਂ ਬਾਅਦ ਮੇਰੇ ਦਿਲ ਦੇ ਵਿੱਚ ਇੱਕ ਖਿਆਲ ਆਇਆ ਕਿ ਫੋਰਨ ਕੰਟਰੀਜ਼ ਵਾਲੇ ਇੰਨਾ ਸਾਡੇ ਗ੍ਰੰਥ ਨੂੰ ਮਹੱਤਵ ਦੇ ਰਹੇ ਨੇ, ਤਾਂ ਕਿਆ ਅਸੀਂ ਇੰਡੀਅਨ ਆਪਣੇ ਲਈ ਕੁਝ ਨਹੀਂ ਕਰ ਸਕਦੇ? ਮੇਰੇ ਦਿਮਾਗ ਵਿੱਚ ਆਇਆ ਕਿ ਚਲੋ ਕੋਈ ਹੋਰ ਕਰੇ ਨਾ ਕਰੇ, ਤੂੰ ਹੋਰਾਂ ਤੋਂ ਕੀ ਲੈਣਾ, ਤੂੰ ਆਪ ਟਰਾਈ ਕਰ। ਤੇ ਮੈਂ ਜਿਹੜਾ ਹੈ ਡਿਸਾਈਡ ਕੀਤਾ ਹੈ ਕਿ ਮੈਂ ਲਿਖਣਾ ਸ਼ੁਰੂ ਕਰਾਂਗਾ। ਲੇਕਿਨ ਉਸ ਵੇਲੇ ਮੈਨੂੰ ਪ੍ਰੋਬਲਮ ਇਹ ਸੀਗੀ ਕਿ ਮੇਰੀਆਂ ਅੱਖਾਂ ਜਿਹੜੀਆਂ ਹੈਗੀ ਬਹੁਤ ਵਿਜ਼ਨ ਕਮਜ਼ੋਰ ਹੈਗਾ, ਅਤੇ ਮੈਂ ਗਰੇਵਾਲ ਆਈ ਹਸਪੀਟਲ ਦੇ ਵਿੱਚ ਆਲਮੋਸਟ ਐਵਰੀ ਮੰਥ 50-60 ਹਜ਼ਾਰ ਰੁਪਏ ਦਾ ਇੰਜੈਕਸ਼ਨ ਦੋਨੋਂ ਅੱਖਾਂ 'ਚ ਲਵਾ ਰਿਹਾ। ਉਹਦੇ ਨਾਲ ਥੋੜ੍ਹਾ ਮੇਰਾ ਵਿਜ਼ਨ ਥੋੜ੍ਹਾ ਜਿਹਾ ਸਟੇਬਲ ਹੋ ਜਾਂਦਾ ਹੈ, ਮੈਂ ਆਪਣਾ ਡੇ ਟੂ ਡੇ ਵਰਕ ਕਰ ਸਕਦਾ। ਪਰ ਫਿਰ ਵੀ ਮਨ ਦੇ ਵਿੱਚ ਸੀਗਾ ਕਿ ਨਹੀਂ, ਆਈ ਮਸਟ ਡੂ ਸਮਥਿੰਗ। ਅਤੇ ਦਿਮਾਗ 'ਚ ਆਇਆ ਪੇਪਰ 'ਤੇ ਲਿਖੀ ਜਾਏ ਜਾਂ ਕਿਸ ਚੀਜ਼ 'ਤੇ ਲਿਖੀ ਜਾਏ। ਤਾਂ ਇੱਕ ਦਿਨ ਮੈਂ ਐਸੇ ਹੀ ਬੈਠਾ ਸੀਗਾ, ਮੈਂ ਪੁਰਾਣੀਆਂ ਕਿਸ਼ਤਾਂ ਮੇਰੇ ਕੋਲ ਪਈਆਂ ਹੈਗੀਆਂ, ਮੈਂ ਬਹੁਤ ਸ਼ੌਕੀਨ ਸੀਗਾ ਗਾਣੇ ਗੂਣੇ ਔਰ ਫਿਲਮਾਂ ਦੇਖਣ ਦਾ, ਅਤੇ ਇਹ ਮੇਰੇ ਕੋਲ ਪਈਆਂ ਸੀ। ਮੇਰੀ ਨਜ਼ਰ ਇਸ 'ਤੇ ਗਈ, ਮੈਂ ਕਿਹਾ ਇਹ ਬੈਸਟ ਮੀਡੀਆ ਹੈ ਜਿਸ 'ਤੇ ਲਿਖੀ ਜਾ ਸਕਦੀ ਹੈ। ਫਿਰ ਦਿਮਾਗ 'ਚ ਆਇਆ ਕਿ ਕਿਆ ਇਸ 'ਤੇ ਲਿਖਿਆ ਵੀ ਜਾ ਸਕਦਾ ਹੈਗਾ। ਮੈਂ ਐਕ੍ਰੈਲਿਕ ਪੇਂਟ ਲਿਆ, ਪਹਿਲੇ ਤਾਂ ਦੂਸਰਾ ਵਾਟਰ ਪੇਂਟ ਲਿਆ, ਵਾਟਰ ਪੇਂਟ ਨਾਲ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਅਤੇ ਉਹ ਮਿਟ ਗਿਆ। ਫਿਰ ਮੈਂ ਹੋਰ ਦੂਸਰਾ ਵੀ ਇੱਕ ਪੇਂਟ ਯੂਜ਼ ਕੀਤਾ, ਉਹ ਵੀ ਮਿਟ ਗਿਆ। ਤਾਂ ਦਿਲ ਥੋੜ੍ਹਾ ਮਾਯੂਸ ਹੋਇਆ ਕਿ ਤਾਂ ਗੱਲ ਬਣ ਨਹੀਂ ਰਹੀ। ਖੈਰ ਫਿਰ ਮੈਂ ਬਿਕਾਜ਼ ਆਈ ਐਮ ਆਰਟਿਸਟ, ਤਾਂ ਮੇਰੇ ਘਰ ਥੋੜ੍ਹਾ ਐਕ੍ਰੈਲਿਕ ਪੇਂਟਸ ਪਏ ਸੀ, ਮੈਂ ਕਿਹਾ ਚਲੋ ਇਹਦੇ ਨਾਲ ਹੋਰ ਟਰਾਈ ਕਰਦੇ ਹਾਂ। ਅਤੇ ਲਿਖਿਆ ਗਿਆ ਥੋੜ੍ਹਾ ਜਿਹਾ। ਹੁਣ ਮੈਨੂੰ ਪ੍ਰੋਬਲਮ ਇਹ ਆ ਗਈ ਕਿ ਲਿਖਤਾ ਰਿਹਾ ਮੈਂ, ਬਰਸ਼ ਤਾਂ ਮੇਰਾ ਗਿਆ ਚੱਲ, ਲੇਕਿਨ ਵੈਨ ਆਈ ਐਮ ਅਨੇਬਲ ਟੂ ਰੀਡ what to speak of writing. So I am a firm believer in Lord Krishna. Lord Krishna is established at my house. I went to him. I said, प्रभु प्रेरणा दी है तो अब शक्ति भी दो मुझे। तो मेरे अंदर से एक अंतरात्मा से आवाज़ आई कि शक्ति तो दूंगा ही मैं तुम्हें दिव्य दृष्टि प्रदान करूंगा, तुम काम शुरू करो। मैं फटाफट अपने कपबोर्ड से निकाली एक कैसेट अगले दिन और मैंने लिखना शुरू किया। तो टू योर सरप्राइज, मतलब कैसेट सुनते गए और सुनते नहीं गए, ये तो सब बेकार हो गई थी। ये सब बेकार हो गई थी। वो कैसेट निकाली मैंने और लिखना शुरू किया। टू माई सरप्राइज एंड टू योर सरप्राइज ऑल्सो, आई वॉज एबल टू रीड द बुक। ਪਹਿਲਾਂ ਤੁਹਾਡੀ ਅੱਖਾਂ ਦੀ ਪ੍ਰੋਬਲਮ ਸੀਗੀ, ਤੁਸੀਂ ਸਾਫ਼ ਦੇਖ ਵੀ ਨਹੀਂ ਸਕਦੇ ਸੀ, ਪੜ੍ਹ ਵੀ ਨਹੀਂ ਪਾਉਂਦੇ ਸੀਗੇ, ਤੇ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਮੈਂ ਪੜ੍ਹ ਵੀ ਸਕਿਆ ਔਰ ਮੈਂ ਲਿਖ ਵੀ ਲਈ। ਔਰ ਲਿਖਣ ਤੋਂ ਬਾਅਦ ਜਿਹੜੇ ਮੈਂ ਹਰ ਰੋਜ਼ 5-6 ਘੰਟੇ ਲਾਉਂਦਾ ਸੀਗਾ। ਲਿਖਣ ਤੋਂ ਬਾਅਦ ਮੈਂ ਜਦ ਸ਼ਾਮ ਨੂੰ ਦਿਮਾਗ 'ਚ ਆਉਂਦਾ ਸੀ ਵੀ ਚੈੱਕ ਕਰੀਏ ਬਈ ਠੀਕ ਵੀ ਲਿਖਿਆ ਗਿਆ ਹੈ ਕਿ ਨਹੀਂ, ਸਪੈਲਿੰਗ ਮਿਸਟੇਕਸ ਤਾਂ ਨਹੀਂ ਹੈ। ਉਸ ਵੇਲੇ ਮੈਂ ਚੈੱਕ ਕਰਨ ਲੱਗਾ ਤਾਂ ਫਿਰ ਮੈਨੂੰ ਨਜ਼ਰ ਨਹੀਂ ਆਇਆ। ਅਗਲੇ ਦਿਨ ਫਿਰ ਮੈਂ ਸਟਾਰਟ ਕੀਤਾ ਲਿਖਣਾ, ਤਾਂ ਫਿਰ ਮੈਨੂੰ ਨਜ਼ਰ ਆਉਣਾ ਸ਼ੁਰੂ ਹੋ गया। ਜਦੋਂ ਲਿਖਦੇ ਸੀਗੇ ਉਦੋਂ ਨਜ਼ਰ ਆਉਂਦਾ ਸੀਗਾ, ਜਦੋਂ ਚੈੱਕ ਕਰਦੇ ਸੀ उदो नजर नहीं आता। मैं इसको ये कहूँगा, भगवान ने मुझे दिव्य दृष्टि दी है। जैसे उन्होंने अर्जुन को 10वें अध्याय के लिए सारा विश्व दिखाने के लिए एक दिव्य दृष्टि दी थी, या व्यास जी ने संजय जी को दिव्य दृष्टि दी थी दूर से बैठे हुए युद्ध देखने गए, ऐसे ही मुझे उन्होंने दिव्य दृष्टि दी है। और ये इतना बड़ा काम उन्होंने मेरे हाथ से करवाना था, उन्होंने करवाया। मैं
उनका बहुत बहुत शुक्रगुजार हूँ। ਮੇਰਾ ਸਵਾਲ ਹੀ ਸੀਗਾ ਕਿ ਤੁਸੀਂ ਜਦੋਂ ਇਹ ਲਿਖ ਰਹੇ ਸੀਗੇ ਗੀਤਾ ਦੇ ਸ਼ਲੋਕ ਤਾਂ ਗੀਤਾ ਨਾਲ ਨਾਲ ਸੁਣਦੇ ਸੀਗੇ ਤਾਂ ਲਿਖਦੇ ਸੀ ਜਾਂ ਗੀਤਾ ਤੁਹਾਨੂੰ ਮੂੰਹ ਜ਼ੁਬਾਨੀ ਯਾਦ ਸੀਗੀ ਓਰਲ? ਇਸ ਤਰ੍ਹਾਂ ਹੈ ਜੀ, ਗੀਤਾ ਦਾ ਅਧਿਐਨ ਜੋ ਹੈ ਮੈਂ ਬਹੁਤ ਦੇਰ ਤੋਂ ਕਰ ਰਿਹਾ ਔਰ ਮੈਨੂੰ ਕਾਫੀ ਸ਼ਲੋਕ ਜੋ ਹੈ 350 700 ਸ਼ਲੋਕ ਹੈ, 350 ਸ਼ਲੋਕ ਮੈਨੂੰ ਜ਼ਬਾਨੀ ਯਾਦ ਹੈਗੇ, ਜਿਹੜੇ ਮੈਂ ਰਾਤ ਨੂੰ ਹਰ ਰੋਜ਼ ਸੌਂਦੀ ਵਾਰੀ ਪੜ੍ਹਦਾ ਹੀ ਪੜ੍ਹਦਾ। ਉਹ 6-7 ਅਧਿਆਏ ਆ, ਬਾਕੀ ਮੈਂ ਟਰਾਈ ਕਰ ਰਿਹਾ, ਲੇਕਿਨ ਉਹ ਯਾਦ ਕਰਨ ਨਾਲ ਇੰਨੀ ਗੱਲ ਨਹੀਂ ਬਣਦੀ ਕਿਉਂਕਿ ਸਪੈਲਿੰਗ ਵੀ ਦੇਖਣੇ ਆ, ਬੋਲਣਾ ਪ੍ਰੋਨੰਸੀਏਸ਼ਨ ਔਰ ਲਿਖਣ ਦੇ ਵਿੱਚ ਬਹੁਤ ਡਿਫਰੈਂਸ ਹੁੰਦਾ ਹੈਗਾ। ਤੇ ਲਿਖ ਕੇ ਮੈਨੂੰ ਇੱਕ ਇੱਕ ਸ਼ਬਦ ਦੇਖਣਾ ਪੈਂਦਾ ਹੈ, ਕਿੱਥੇ ਬਿਹਾਰੀ ਲਿਖਣੀ ਹੈ, ਕਿੱਥੇ ਸਿਹਾਰੀ ਲੱਗਣੀ ਹੈਗੀ ਹੈ। ਇਹ ਸਾਰੀ ਚੀਜ਼ਾਂ ਦੇਖਣ ਵਾਸਤੇ ਮੈਨੂੰ ਦ੍ਰਿਸ਼ਟੀ ਚਾਹੀਦੀ ਸੀਗੀ, ਉਹ ਮੈਂ ਦੇਖ ਦੇਖ ਕੇ ਹੀ ਲਿਖੀ ਹੈਗੀ ਹੈ। ਮੈਂ ਸੁਣਦਾ ਕੋਈ ਨਹੀਂ ਸੀ ਕਿਉਂਕਿ ਉਹਦੇ ਨਾਲ ਡਿਸਟਰਬੈਂਸ ਹੁੰਦੀ ਹੈਗੀ ਹੈ। ਮੈਂ ਇਕਾਂਤ ਆਪਣੇ ਕਮਰੇ ਦੇ ਵਿੱਚ ਬੈਠ ਕੇ ਟੇਬਲ ਲੈਂਪ ਜਲਾ ਕੇ ਟੇਬਲ ਤੇ ਰੱਖ ਕੇ ਇਹਨੂੰ ਲਿਖਦਾ ਰਿਹਾ। 905 ਘੰਟੇ ਤੁਸੀਂ ਕਿਹਾ ਕਿ 905 ਘੰਟਿਆਂ ਵਿੱਚ ਤਿਆਰ ਕੀਤੀ ਹੈ, ਲਗਾਤਾਰ 905 ਘੰਟੇ ਜਾਂ ਥੋੜਾ ਗੈਪ ਲੈ ਕੇ? ਨਹੀਂ 905 ਘੰਟੇ ਲਾਣਾ ਤਾਂ ਬਹੁਤ ਮੁਸ਼ਕਿਲ ਹੈਗਾ। ਇਹ ਹੈ ਕਿ ਮੈਂ ਜਦ ਤੋਂ ਇਹ ਨਿਊਜ਼ ਪੜ੍ਹੀ ਸੀਗੀ ਉਸ ਤੋਂ ਬਾਅਦ ਇੱਕ ਵਾਰੀ ਫਿਰ ਦੈਨਿਕ ਭਾਸਕਰ ਦੇ ਫਰੰਟ ਪੇਜ ਤੇ ਆਈ ਹੈ ਨਿਊਜ਼ ਕਿ ਇੱਕ ਗੀਤਾ ਹੋਰ ਗੀਤਾ ਕ੍ਰਿਸ਼ਨ ਅਰਜਨ ਮੰਦਰ ਕੁਰੂਕਸ਼ੇਤਰ ਵਾਸਤੇ ਇੱਦਾਂ ਦੀ ਗੀਤਾ ਇੱਕ ਤਿਆਰ ਹੋ ਰਹੀ ਹੈ। ਤੇ ਮੈਨੂੰ ਹੋਰ ਹੌਸਲਾ ਹੋਇਆ ਤੇ ਮੈਂ ਆਪਣਾ ਫਿਰ ਕੰਮ ਨੂੰ ਹੋਰ ਸਪੀਡ ਵਧਾਈ। ਲੇਕਿਨ ਇਹ ਹੈ ਕਿ ਮੈਂ ਰੋਜ਼ 5 ਘੰਟੇ 6 ਘੰਟੇ ਇੱਕ ਸ਼ਲੋਕ ਲਿਖਣ ਤੋਂ ਬਾਅਦ ਮੈਂ ਰੈਸਟ ਲੈਂਦਾ ਸੀਗਾ। ਹਰ ਰੋਜ਼ 5 ਜਾਂ 6 ਘੰਟੇ ਦਿੰਦੇ ਸੀਗੇ ਇੱਕ ਸ਼ਲੋਕ? ਕਿਉਂਕਿ ਇੱਕ ਸ਼ਲੋਕ ਲਿਖਣ ਦੇ ਵਿੱਚ ਮੈਨੂੰ ਕੋਈ 45-50 ਮਿੰਟ, ਕਿਸੇ ਤੇ 1 ਘੰਟਾ ਵੀ ਲੱਗ ਜਾਂਦਾ ਸੀਗਾ। ਔਰ ਸ਼ਲੋਕ ਲਿਖਣ ਦੇ ਵਿੱਚ ਇਹ ਹੈ ਕਿ ਪਹਿਲਾਂ ਸੰਸਕ੍ਰਿਤ ਦਾ ਸ਼ਲੋਕ ਲਿਖਿਆ ਮੈਂ, ਉਸ ਤੋਂ ਬਾਅਦ ਮੇਰੇ ਗੁਰੂਦੇਵ ਹੈਗੇ ਮਹਾਮੰਡਲੇਸ਼ਵਰ ਸਵਾਮੀ ਗਿਆਨਾਨੰਦ ਜੀ ਮਹਾਰਾਜ, ਉਹਨਾਂ ਨੇ ਇਸ ਦਾ ਪਦਯ ਅਨੁਵਾਦ ਕੀਤਾ ਹੋਇਆ ਹੈਗਾ। ਉਹ ਸ਼ਲੋਕ ਲਿਖਣ ਤੋਂ ਬਾਅਦ ਮੈਂ ਪਦਯ ਅਨੁਵਾਦ ਲਿਖਦਾ ਸੀਗਾ ਔਰ ਪਦਯ ਅਨੁਵਾਦ ਜਦ ਇੱਕ ਸ਼ਲੋਕ ਪੂਰਾ ਹੋ ਗਿਆ, ਪਦਯ ਅਨੁਵਾਦ ਹੋ ਗਿਆ, ਮੈਂ ਉਹਦੀ ਲੰਬਾਈ ਮਾਪ ਲੈਂਦਾ ਸੀਗਾ ਇੰਚੀ ਟੇਪ ਨਾਲ ਔਰ ਨਾਲ ਹੀ ਇਹ ਦੇਖੋ ਸਭ ਰਿਕਾਰਡ ਕੀਤਾ ਹੋਇਆ ਹੈ। ਮੈਂ ਦਿਖਾ ਵੀ ਦੋ ਸਾਡੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਤਰ੍ਹਾਂ ਜਦੋਂ ਗੀਤਾ ਲਿਖਦੇ ਸੀਗੇ ਤੇ ਨਾਲ ਦੀ ਨਾਲ ਉਹਦਾ ਟਾਈਮ ਡਿਊਰੇਸ਼ਨ ਇੱਕ ਸ਼ਲੋਕ ਦਾ ਨੋਟ ਕਰਕੇ ਕਿੰਨੀ ਲੈਂਥ ਆਏਗੀ ਔਰ ਉਹ ਪੂਰਾ ਨੋਟ ਵੀ ਕੀਤਾ ਹੋਇਆ ਹੈ। ਵਾਕਈ ਬਹੁਤ ਮਿਹਨਤ ਦਾ ਕੰਮ ਹੈ। ਔਰ ਕਿੰਨੇ ਸਾਲਾਂ ਦੇ ਵਿੱਚ ਤਿਆਰ? ਇਹ ਮੈਂ 2022 ਚ ਸਟਾਰਟ ਕੀਤੀ ਸੀਗੀ। ਰੋਜ਼ ਦਾ ਇਹ ਸਮਝ ਲਓ 5 ਘੰਟੇ 6 ਘੰਟੇ ਤਾਂ ਮੇਰੇ ਮਾਮੂਲੀ ਲੱਗਦੇ ਸੀਗੇ ਲਿਖਣ ਦੇ ਵਿੱਚ। ਤੇ ਹੁਣ ਇਹਨੂੰ ਬਸ ਕੰਪਲੀਟ ਕਰਨ ਤੋਂ ਬਾਅਦ ਮੇਰੇ ਬੱਚਿਆਂ ਨੇ ਕਿਹਾ ਕਿ पापा इतनी मेहनत कर रहे हो क्या मिलेगा आपको? मैंने कहा मेरे को मन की सेटिस्फेक्शन मिलेगी, एक शांति मिलेगी और कुछ नहीं है। तो चलो मैं भगवान का नाम लिख रहा हूँ, एटलीस्ट ऊपर जाके ये कहूँगा मैंने इतनी बारी तुम्हारा श्लोक तो लिखा है। तो कहना है ਪੁਰਾਣੀਆਂ ਕੈਸੇਟਸ ਕਿੱਥੋਂ ਮਿਲੀਆਂ? ਇੰਨੀਆਂ ਪੁਰਾਣੀਆਂ ਕੈਸੇਟਸ ਤਾਂ ਇਕੱਠੀਆਂ ਵੀ ਕਰਨੀਆਂ ਔਖੀਆਂ ਹੁੰਦੀਆਂ। ਕਿਸ਼ਤਾਂ ਮੈਨੂੰ ਕਿਤੋਂ ਬਾਜ਼ਾਰੋਂ ਲੈਣੀ ਪਈਆਂ। आई वॉज वेरी फॉन्ड ऑफ फिल्म्स एंड म्यूज़िक। तो जब VCR शुरू में चला था तो मैंने स्टार्ट में ही ले लिया था और मैंने सारी महाभारत रामायण सब रिकॉर्ड की हुई थी। अब उनके लेंस नहीं मिलते हैं तो ये कैस्टें से सब बेकार दी, आउटडेट हो गई हैं, इसलिए इन कैस्टों को मैंने यूज़ किया है। ਤੇ ਫਿਰ ਇਹ ਤੁਸੀਂ ਕਿਵੇਂ ਬਣਾਇਆ? ਮਾਡਲ ਕਿੱਦਾਂ ਬਣਾਇਆ? ਥੋੜਾ ਚਲਾ ਕੇ ਦਿਖਾ ਦਿਓ ਇਹਨੂੰ। हाँ एक मिनट मैं थोड़ा जिहा ਤੁਹਾਨੂੰ ਹੋਰ ਦੱਸਦਾ कि ये फिर मेरे बच्चे ने कहा कि पापा ये लिखी तो है, हो सकता किसी और ने भी लिखी हो। तो मैंने कहा भाई सर्च करो। तो उन्होंने सर्च किया तो एक हरदोई का एक लड़का मिला, उसने 1276 मीटर गीता लिखी हुई थी, जिसमें उसने सिर्फ 700 श्लोक ही लिखे थे और वो संस्कृत में लिखे थे 1276, और वो 5 सेंटीमीटर रिबन पे लिखे हैं। मेरा जो है 15 mm रिबन है, इसकी वाइड ਇਹਦੀ ਵਿਡਥ ਜਿਹੜੀ ਹੈਗੀ ਹੈ 15 mm है और इसकी लेंथ जो है 1365 मीटर हो गई है। तो बच्चे कह रहे हैं जब आपने ऐसा काम कर लिया तो अब क्यों ना आप प्रेस को कांटेक्ट करो और ट्राई करो गिनीज बुक ऑफ वर्ल्ड रिकॉर्ड वगैरह के लिए। तो अभी मैंने पहले आप लोगों का सहारा ले रहा हूँ। मेरे हिसाब से जो है ये एक रीजनल न्यूज़ नहीं है, एक इसकी परिधि एक टाउन या एक शहर तक नहीं रह जानी चाहिए, इसकी परिधि इतनी ज़्यादा होनी चाहिए कि नेशनल नहीं इंटरनेशनल लेवल पर ये न्यूज़ मेरे हिसाब से बनती है। ਤੇ
ਇਹ ਥੋੜਾ ਦਰਸ਼ਕਾਂ ਨੂੰ ਚਲਾ ਕੇ ਵੀ ਦਿਖਾ ਦਿਓ ਕਿ ਮਾਡਲ ਕਿੱਦਾਂ ਤਿਆਰ ਕੀਤਾ ਤੇ ਕਿਵੇਂ ਇਹਨੂੰ ਯੂਜ਼ ਕਰ इस तरह है मैडम, ये सारी लिखने के बाद में ये मैंने ऐसे 10 कैसेट्स यूज़ किए हैं। 10 कैसेट्स लिखने शुरू किए। एक कैसेट लिखी गई, मान लीजिए पहली कैसेट मैंने पहले अध्याय से लेकर दूसरे अध्याय के 32वें श्लोक तक लिख दी, वो ख़त्म हो गई। अब नेक्स्ट कैसेट मैंने शुरू करनी थी दूसरे अध्याय के 33वें श्लोक से लेके आगे तक जहाँ तक जाएगी, तो वो कैसेट लिख दी। ऐसे 10 कैसेटें मैंने लिख ली। अब नाउ द प्रॉब्लम वाज विद मी कि इनको सीरियल में कैसे जोड़ा जाए, ये तो अलग अलग सब दब गई हैं। तो उनको सबको मैंने मैनुअली रिवाइंड किया। मैनुअली रिमाइंड कराने के बाद में फिर मेरे को लगा कि ये जो है ये तो छोटी छोटी कैसेट्स हैं और इस सब को बनाने के लिए एक बहुत बड़ी कैसेट चाहिए। तो मैंने कैसेट डिज़ाइन की। मैंने यहाँ 17 सेक्टर में ये एक्रेलिक शीट कटवाई और इसे डिज़ाइन की, और डिज़ाइन करने के बाद में फिर मैंने वो सारी की सारी 10 कैसेटें इस पे लोड की। लोड तो कर ली। अब फिर माइंड में वही आया कि लोड तो हो गई हैं, लेकिन ये पढ़ी कैसी जाएंगी, सारी तो दब गई हैं। तो इसके लिए कहीं मोटर ढूंढी जाए। मोटर ढूंढी मैंने इलेक्ट्रॉनिक्स मार्केट में और कई इलेक्ट्रिकल इंजीनियर, मोटर वगैरह तैयार की। इलेक्ट्रॉनिक इंजीनियर्स और दूसरों से, इलेक्ट्रिकल से मैंने काफ़ी कंसल्ट किया, बट नोबडी केम फॉरवर्ड टू हेल्प मी। अल्टीमेटली मैंने यूट्यूब और की मदद से ये 3-4 सेट ऑफ मोटर्स मैंने ढूंढे। ये मैंने 3 कैसेटें अलग अलग 3 सेट बनाए थे। हर एक पे मैंने अलग अलग ट्राई किया। तो 2 मोटरें तो फेल हो गई, ये 2 मोटरें जो है ना कामयाब हो गई। अब इसके अंदर ये फॉरवर्ड भी हो जाती है, फास्ट भी, रिवाइंड भी हो जाती है, लेकिन स्पीड कंट्रोल नहीं होती थी। स्पीड कंट्रोल के लिए जो है ना फिर मेरे को बड़ी दिक्कत आई कि स्पीड ही कंट्रोल नहीं होगी तो इसको पढ़ा कैसे जाएगा। तो फिर स्पीड कंट्रोल के लिए मेरा एक अजीज बच्चा है मिस्टर बख्शी, शुभम बख्शी, वो आता रहता है घर, उसको थोड़ी इलेक्ट्रिकल और इस चीज़ों की नॉलेज थी। तो कहना अंकल मेरे को टाइम दो, मैं ढूंढता हूँ। उसने ये गैजेट सा बनाया और स्पीड कंट्रोल हो गई। अब बात यह है कि स्पीड भी कंट्रोल हो गई और ये चल भी गई, लेकिन जब इसको चलाते थे तो इसमें लूप्स बन जाती थी, धड़ 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 धड़, 1 मीटर में ही कोई सैकड़ों लूप बन जाती थी। उस लूप को दूर करने के लिए मुझे ये पट्टी जो है ना ये बनानी पड़ी। पहले ये मैंने 3 फुट की बनाई थी, फिर 2 फुट 3 फुट में भी प्रॉब्लम आती रही, 2 में भी आती रही, अल्टीमेटली 1 फुट पे मेरे को ये सक्सेस मिल गई। आप कह रहे हो कि ये कैसेटें कहाँ से मिली, तो ये मेरे पास पड़ी हुई थी, आउटडेट हो चुकी थी, मैंने फेंकी नहीं, क्योंकि मैंने सारी रिकॉर्ड की हुई थी और पुराने पुराने सॉन्ग्स थे इसके अंदर, तो मैंने किसी को दी भी नहीं, अपने पास ही रखी हुई थी। तो मैंने कहा जब ये चलती तो है नहीं, क्यों ना इसको यूज़ किया जाए। तो इस पे काम हो गया। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਸ ਨੂੰ ਸਾਡੇ ਨਾਲ ਮੋਹਨ ਵਤਸ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਅੱਖਾਂ ਦੀ ਪ੍ਰੋਬਲਮ ਹੈ, ਨਿਗਾਹ ਉਹਨਾਂ ਦੀ ਜਿਹੜੀ ਇਹ ਕੰਮ ਨਹੀਂ ਕਰਦੀ, ਪਰ ਫਿਰ ਵੀ ਉਹਨਾਂ ਦੇ ਅੰਦਰ ਇੱਕ ਚਿਣਕ ਜਾਗੀ ਕਿ ਉਹ ਗੀਤਾ ਦੇ ਸ਼ਲੋਕ ਜਿਹੜੇ ਨੇ ਕਿਸੇ ਯੂਨੀਕ ਤਰੀਕੇ ਦੇ ਨਾਲ ਲਿਖਣ ਤੇ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰਨ, ਤੇ ਨਾਲ ਹੀ ਕਲਾ ਦਾ ਇੱਕ ਵੱਡਾ ਨਮੂਨਾ ਵੀ ਸਾਡੇ ਸਾਹਮਣੇ ਪੇਸ਼ ਕੀਤਾ ਕਿ ਕਿਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਨੂੰ ਯੂਜ਼ ਕਰਕੇ ਗੀਤਾ ਲਿਖਣ ਦਾ ਜਿਹੜਾ ਇਨੀਸ਼ੀਏਟ ਉਹਨਾਂ ਨੇ ਲਿਆ ਤੇ ਗੀਤਾ ਲਿਖਣ ਲਈ ਇਸਤੇਮਾਲ ਕੀਤਾ। ਕੈਮਰਾਮੈਨ ਕ੍ਰਿਸ਼ਨ ਕੁਮਾਰ ਦੇ ਨਾਲ ਕਮਲਜੀਤ ਕੌਰ, ETV ਭਾਰਤ, ਚੰਡੀਗੜ੍ਹ।